ਸੁਖਬੀਰ ਦੀ ਕਹਾਣੀ ਹੈ ਅੰਦਰਲੀ ਜੋਤ। ਸੁਰਿੰਦਰ ਜ਼ਹਿਰ ਦਾ ਘੁੱਟ ਭਰ ਕੇ ਰਹਿ ਗਿਆ ਸੀ। ਅੱਜ ਸਵੇਰੇ ਰੰਜਨਾ ਉਸਦੇ ਘਰ ਆਈ ਸੀ। ਉਸ ਦੀ ਵਹੁਟੀ ਨੂੰ ਗੱਲ ਲਾ ਕੇ ਮਿਲੀ ਸੀ। ਉਸ ਦੇ ਬੱਚਿਆਂ ਨੂੰ ਉਸਨੇ ਬਾਹਾਂ ਵਿੱਚ ਲੈ ਲੈ ਕੇ ਪਿਆਰਿਆ ਸੀ ਤੇ ਫਿਰ ਗੱਲਾਂ ਕਰਦਿਆਂ ਸੁਰਿੰਦਰ ਦਾ ਬਹੁਤ ਖਿਆਲ ਰੱਖਣ ਲਈ ਕਿਹਾ ਸੀ। ਤੇ ਸੁਰਿੰਦਰ ਸੀ ਕਿ ਗੱਲਾਂ ਦਾ ਰੁਖ ਹੋਰ ਪਾਸੇ ਮੋੜਨ ਦਾ ਯਤਨ ਕਰ ਰਿਹਾ ਸੀ। ਇਹ ਰੰਜਨਾ ਸੀ ਜੋ ਆਪਣੀ ਪੇਕੀ ਮਿਲਣ ਆਈ ਸੀ। ਰੰਜਨਾ ਜਿਸ ਦਾ 7 ਵਰ੍ਹੇ ਪਹਿਲਾਂ ਇਸ ਮੁਹੱਲੇ ਵਿੱਚ ਬੜੀ ਸੱਜ ਧੱਜ ਨਾਲ ਵਿਆਹ ਹੋਇਆ ਸੀ। ਰੰਜਨਾ ਜੋ ਇੰਨੀ ਖੁਸ਼ ਸੀ ਕਿ ਖਿੜੀ ਟੈਕੀ ਹੋਈ ਸੀ। ਰੰਜਨਾ ਜਿਸ ਦੀਆਂ ਦੋਵੇਂ ਅੱਖਾਂ ਜੋਤਹੀਨ ਸਨ। ਰੰਜਨਾ ਦੀਆਂ ਅੱਖਾਂ ਜਨਮ ਤੋਂ ਹੀ ਜੋਤਹੀਨ ਨਹੀਂ ਸਨ। ਬਚਪਨ ਵਿੱਚ ਉਹ ਬੜੀਆਂ ਸੋਹਣੀਆਂ ਅੱਖਾਂ ਵਾਲੀ ਕੁੜੀ ਸੀ। ਉਸ ਦੀਆਂ ਅੱਖਾਂ ਵਿੱਚ ਮਾਸੂਮੀਅਤ ਸੀ ਤੇ ਸ਼ਰਾਰਤ ਦੀ ਸ਼ੌਖੀ ਸੀ। ਉਹਨਾਂ ਅੱਖਾਂ ਵਿੱਚ ਹਾਲੀ ਖੁਮਾਰੀ ਨਹੀਂ ਸੀ ਆਈ ਜੋ ਜਵਾਨੀ ਵਿੱਚ ਆਇਆ ਕਰਦੀ ਹੈ ਕਿ ਇੱਕ ਹਾਦਸੇ ਵਿੱਚ ਉਹ ਅੱਖਾਂ ਦੀ ਜੋਤ ਗਵਾ ਬੈਠੀ ਸੀ। ਰੰਜਨਾ ਦੀ ਚੁਫੇਰੇ ਜੋ ਰੰਗਾ ਭਰੀ ਦੁਨੀਆ ਸੀ ਉਹ ਹਨੇਰਾ ਬਣ ਗਈ ਸੀ ਤੇ ਉਹ ਹਨੇਰਾ ਉਸਦੇ ਅੰਦਰ ਵੀ ਸੀ। ਜ਼ਿੰਦਗੀ ਕਾਲੀ ਬੋਲੀ ਰਾਤ ਬਣ ਗਈ ਸੀ। ਪਰ ਫਿਰ ਹੌਲੀ ਉਹਨਾਂ ਅੱਖਾਂ ਵਿਚਲੀ ਜੋਤ ਜਾਗਣੀ ਸ਼ੁਰੂ ਹੋਈ ਸੀ ਤੇ ਭਾਵੇਂ ਉਹ ਅੱਖਾਂ ਆਪ ਜਗ ਨਹੀਂ ਸਨ ਸਕੀਆਂ, ਉਹਨਾਂ ਦੀ ਜੋਤ ਰੰਜਨਾ ਦੀ ਬਾਕੀ ਦੇ ਅੰਗਾਂ ਵਿੱਚ ਜਗ ਪਈ ਸੀ। ਉਹ ਜੋਤ ਉਸਦੀ ਰੂਹ ਵਿੱਚ ਹੀ ਸੀ। ਭਾਵੇਂ ਇੱਕ ਦੁਨੀਆ ਰੰਜਨਾ ਕੋਲੋਂ ਖੁੱਸ ਗਈ ਸੀ, ਪਰ ਹੌਲੀ ਇੱਕ ਹੋਰ ਦੁਨੀਆ ਉਸਦੇ ਚੁਫੇਰੇ ਵਸ ਪਈ ਸੀ। ਤੇ ਅਖੀਰ ਕੁਝ ਚਿਰ ਪਿੱਛੋਂ ਰੰਜਨਾ ਨੂੰ ਕੰਮ ਕਰਦਿਆਂ ਦੇਖ ਕੇ ਕੋਈ ਪਹਿਲੇ ਬਿੰਦੇ ਖਿਆਲ ਨਹੀਂ ਸੀ ਕਰ ਸਕਦਾ ਕਿ ਉਸਦੀਆਂ ਅੱਖਾਂ ਜੋ ਹਾਲੀ ਵੀ ਪਹਿਲਾਂ ਵਾਂਗ ਵੱਡੀਆਂ ਤੇ ਲਿਸ਼ਕਵੀਆਂ ਸਨ, ਜੋਤਹੀਨ ਹੋਣਗੀਆਂ। ਉਹ ਕੁਰਸੀ ਤੇ ਬੈਠੀ ਰੰਗ ਬਿਰੰਗੀ ਉੱਨ ਨਾਲ ਫੁੱਲਾਂ ਵਾਲਾ ਸਵੈਟਰ ਉਣ ਰਹੀ ਹੁੰਦੀ ਤਾਂ ਦੇਖ ਕੇ ਕੌਣ ਕਹਿ ਸਕਦਾ ਸੀ ਕਿ ਉਸ ਦੀਆਂ ਅੱਖਾਂ ਜੋਤਹੀਨ ਹੋਣਗੀਆਂ। ਉਹ ਘਰ ਵਿੱਚ ਇੱਕ ਕਮਰੇ 'ਚੋਂ ਦੂਜੇ ਕਮਰੇ ਵਿੱਚ ਖੁੱਲ੍ਹੇਆਮ ਤੁਰਦੀ ਫਿਰਦੀ। ਕਰਦਾ ਹੀ ਨਹੀਂ, ਗਲੀ ਮੁਹੱਲੇ ਦਾ ਵੀ ਕੋਈ ਬੰਦਾ ਉਸਦੇ ਘਰ ਆਉਂਦਾ ਤਾਂ ਉਹ ਪੈਰਾਂ ਦੀ ਬਿੜਕ ਤੋਂ ਹੀ ਉਸਨੂੰ ਪਛਾਣ ਜਾਂਦੀ। ਉਹ ਸੂਈ ਵਿੱਚ ਧਾਗਾ ਪਾ ਲੈਂਦੀ। ਉਸਨੂੰ ਟੀ ਸੈੱਟ ਵਿੱਚ ਚਾਹ ਬਣਾਉਂਦਿਆਂ ਵੇਖ ਕੇ ਮੰਨਣ ਵਿੱਚ ਨਹੀਂ ਸੀ ਆਉਂਦਾ ਕਿ ਉਹ ਬਿਨਾਂ ਵੇਖਿਆ ਇਹ ਸਭ ਕੁਝ ਕਰ ਰਹੀ ਹੈ। ਤੇ ਹੁਣ ਭਾਵੇਂ ਬਚਪਨ ਦੇ ਦਿਨ ਵੀ ਨਹੀਂ ਸਨ ਰਹੇ ਜਦ ਰੰਜਨਾ ਸੁਰਿੰਦਰ ਨਾਲ ਘੰਟਿਆਂ ਬੱਧੀ ਖੇਡਿਆ ਕਰਦੀ ਸੀ, ਕਦੀ ਆਪਣੇ ਘਰ, ਕਦੀ ਉਸਦੇ ਘਰ, ਕਦੀ ਗਲੀ ਮੁਹੱਲੇ ਵਿੱਚ। ਪਰ ਹੁਣ ਇਹ ਜੋ ਦਿਨ ਸਨ ਇਹ ਵੀ ਕੋਈ ਘੱਟ ਸਵਾਦਲੇ ਨਹੀਂ ਸਨ। ਸੁਰਿੰਦਰ ਉਹਨਾਂ ਦੇ ਘਰ ਜਾਂਦਾ ਤੇ ਕਿੰਨਾ ਚਿਰ ਉਸ ਨਾਲ ਗੱਲਾਂ ਕਰਦਾ ਰਹਿੰਦਾ। ਉਹ ਸਕੂਲ ਬਾਰੇ ਦੱਸਦਾ, ਉੱਥੋਂ ਦੇ ਮੁੰਡਿਆਂ ਕੁੜੀਆਂ ਬਾਰੇ ਦੱਸਦਾ, ਨਵੀਆਂ ਜਮਾਤਾਂ ਦੀ ਪੜ੍ਹਾਈ ਬਾਰੇ ਦੱਸਦਾ। ਜਦੋਂ ਭੂਗੋਲ ਬਾਰੇ ਦੱਸਦਾ ਤਾਂ ਰੰਜਨਾ ਦੇ ਸਾਹਮਣੇ ਦੁਨੀਆ ਦੇ ਮੁਲਕ ਆਉਂਦੇ ਤੇ ਵਿਸ਼ਾਲ ਸਮੁੰਦਰ ਤੇ ਵੰਨ-ਸੁਵੰਨੇ ਸ਼ਹਿਰ ਤੇ ਉੱਥੋਂ ਦੇ ਲੋਕ। ਇਸ ਤਰ੍ਹਾਂ ਇਤਿਹਾਸ ਵਿੱਚ ਉਹ ਪੁਰਾਣੇ ਬਾਦਸ਼ਾਹਾਂ ਨੂੰ ਤੇ ਉਹਨਾਂ ਦੀ ਮਹਿਲਾਂ ਨੂੰ ਤੇ ਉਹਨਾਂ ਦੀ ਹਮਲਿਆਂ ਤੇ ਲੜਾਈਆਂ ਨੂੰ ਵੇਖਦੀ। ਤੇ ਫਿਰ ਸਾਇੰਸ ਵਿੱਚ ਕਿਹੋ ਜਿਹੇ ਅਜੂਬੇ ਸਨ, ਕਿਹੋ ਜਿਹੇ ਕਰਿਸ਼ਮੇ ਸਨ। ਤੇ ਉਨੀ ਦਿਨੀ ਇੱਕ ਕਰਿਸ਼ਮਾ ਇਹ ਸੀ ਕਿ ਸੁਰਿੰਦਰ ਉਸਦੇ ਕੋਲ ਸੀ। ਸੁਰਿੰਦਰ ਉਸਦਾ ਬਚਪਨ ਦਾ ਸਾਥੀ, ਜਿਸ ਦੀ ਮਾਂ ਨੇ ਉਸਦੀ ਮਾਂ ਨਾਲ ਘੋਲ ਕੀਤਾ ਹੋਇਆ ਸੀ ਕਿ ਉਹ ਦੋਵੇਂ ਵੱਡੇ ਹੋ ਜਾਣਗੇ ਤਾਂ ਉਹਨਾਂ ਦਾ ਆਪਸ ਵਿੱਚ ਵਿਆਹ ਕਰ ਦੇਣਗੀਆਂ। ਤੇ ਫਿਰ ਇੱਕ ਕਰਿਸ਼ਮਾ ਸੀ ਕਿ ਸੁਰਿੰਦਰ ਜਿਉਂ ਵੱਡਾ ਹੁੰਦਾ ਗਿਆ ਉਸਦਾ ਰੰਜਨਾ ਨਾਲ ਮਿਲਣਾ ਘਟਦਾ ਗਿਆ ਤੇ ਰੰਜਨਾ ਦੁਆਲੇ ਉਹ ਜੋ ਇੱਕ ਦੁਨੀਆ ਸਿਰਜੀ ਜਾ ਰਹੀ ਸੀ ਉਹ ਸੌੜੀ ਹੋਣ ਲੱਗੀ। ਤੇ ਫਿਰ ਚਾਂਦੀ ਵੰਨਾ ਨੀਲਾ ਆਸਮਾਨ ਤੇ ਹਰੇ ਸਮੁੰਦਰ ਤੇ ਵੰਨ-ਸੁਵੰਨੇ ਫੁੱਲ ਤੇ ਪੰਛੀ ਸਭੇ ਕੁਝ ਮਿਟਣ ਲੱਗਾ। ਅਖੀਰ ਦਰਦ ਰਹਿ ਗਿਆ ਤੇ ਉਸ ਦਿਨ ਦਾ ਹਨੇਰਾ ਰਹਿ ਗਿਆ ਜਿਸ ਦਿਨ ਰੰਜਨਾ ਨੂੰ ਪਤਾ ਲੱਗਾ ਕਿ ਸੁਰਿੰਦਰ ਦੀ ਕਿਤੇ ਹੋਰ ਮੰਗਣੀ ਹੋ ਗਈ ਹੈ। ਇਹ ਦੂਜਾ ਹਾਦਸਾ ਸੀ ਜਦ ਫਿਰ ਰੰਜਨਾ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਸੀ। ਇਹ ਜੋਤ ਕਿੰਨਾ ਹੀ ਚਿਰ ਬੁਝੀ ਰਹੀ ਸੀ। ਪਹਿਲੀ ਵਾਰ ਅੱਖਾਂ ਦੇ ਜੋਤਹੀਨ ਹੋਣ ਮਗਰੋਂ ਤਾਂ ਨਵੀਂ ਦੁਨੀਆ ਦਿਖਣ ਤੇ ਵਸਣ ਵਿੱਚ ਇੰਨਾ ਚਿਰ ਨਹੀਂ ਸੀ ਲੱਗਾ, ਪਰ ਰੰਜਨਾ ਕਿੰਨਾ ਕੁ ਚਿਰ ਹਨੇਰੇ ਵਿੱਚ ਰਹਿ ਸਕਦੀ ਸੀ। ਅਖੀਰ ਉਸਦੇ ਅੰਦਰ ਦੀ ਜੋਤ ਨੇ ਜਾਗਣਾ ਹੀ ਸੀ
ਤੇ ਰੰਜਨਾ ਫੇਰ ਆਪਣੇ ਚੁਫੇਰੇ ਇੱਕ ਨਵੀਂ ਦੁਨੀਆ ਵਸਾ ਕੇ ਦਿਨ ਕੱਟਣ ਲੱਗੀ। ਫਿਰ ਉਹ ਇੱਕ ਦਿਨ ਆਇਆ ਜਦ ਰੰਜਨਾ ਨੇ ਆਪਣੀਆਂ ਜੋਤਹੀਨ ਅੱਖਾਂ ਨਾਲ ਵੇਖਿਆ ਕਿ ਕੋਈ ਉਸਦੇ ਸਾਹਮਣੇ ਬੈਠਾ ਸੀ। ਬੜਾ ਬੀਬਾ ਜਿਹਾ ਮਿੱਠ ਬੋਲੜਾ ਬੰਦਾ। ਉਹ ਬੰਦਾ ਰੰਜਨਾ ਨੂੰ ਮਿਲਣ ਆਇਆ ਸੀ। ਰੰਜਨਾ ਦੇ ਮਾਤਾ ਪਿਤਾ ਨਾਲ ਗੱਲ ਕਰਨ ਆਇਆ ਸੀ। ਰੰਜਨਾ ਨੂੰ ਵਰਨ ਆਇਆ ਸੀ ਤੇ ਭਾਵੇਂ ਰੰਜਨਾ ਨਾਲ ਵਿਆਹ ਕਰਨ ਵਾਲੇ ਲਈ ਉਸਦੇ ਮਾਤਾ ਪਿਤਾ ਨੇ ਬੜਾ ਵੱਡਾ ਦਾਜ ਦੇਣ ਦਾ ਐਲਾਨ ਕੀਤਾ ਹੋਇਆ ਸੀ, ਇੱਕ 3 ਮੰਜ਼ਲੀ ਕੋਠੀ ਤੇ ਕਈ ਹਜ਼ਾਰ ਰੁਪਏ ਨਕਦ। ਪਰ ਉਸ ਬੰਦੇ ਨੇ ਸਿਰਫ ਇਸ ਸ਼ਰਤ ਤੇ ਵਿਆਹ ਕਰਨਾ ਮਨਜ਼ੂਰ ਕੀਤਾ ਸੀ ਕਿ ਉਹ ਦਾਜ ਬਿਲਕੁਲ ਨਹੀਂ ਲਏਗਾ। ਦਾਜ ਲੈਣ ਤੇ ਲੋਕਾਂ ਨੇ ਕਹਿਣਾ ਹੈ ਕਿ ਰੰਜਨਾ ਦਾਜ ਦੇ ਸਿਰ ਤੇ ਵਿਆਹੀ ਗਈ ਹੈ, ਜਾਂ ਖੁਦ ਉਸਨੇ ਆਪਣੇ ਬਾਰੇ ਕਿਹਾ ਜਾਣਾ ਹੈ ਕਿ ਉਸਨੇ ਦਾਜ ਦੇ ਲਾਲਚ ਵਿੱਚ ਆ ਕੇ ਇੱਕ ਅੰਨੀ ਕੁੜੀ ਨਾਲ ਵਿਆਹ ਕਰਨਾ ਮਨਜ਼ੂਰ ਕੀਤਾ ਹੈ। ਤੇ ਰੰਜਨਾ ਉਸ ਬੰਦੇ ਸਾਹਵੇਂ ਬੈਠੀ ਉਸਨੂੰ ਜਿਵੇਂ ਇੰਨ ਬਿੰਨ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਜੇ ਉਹ ਬੰਦਾ ਇਹੋ ਜਿਹਾ ਹੈ ਤਾਂ ਇਹ ਦੁਨੀਆ ਕਿਹੋ ਜਿਹੀ ਹੋਵੇਗੀ ਜਿਸ ਵਿੱਚ ਉਸਨੇ ਉਸਦੇ ਨਾਲ ਰਹਿਣਾ ਸੀ। ਵਿਆਹ ਹੋਇਆ ਤਾਂ ਰੰਜਨਾ ਆਪਣੇ ਪਤੀ ਦੀਆਂ ਅੱਖਾਂ ਨਾਲ ਵੇਖਦੀ ਸਹੁਰੇ ਘਰ ਗਈ ਤੇ ਫਿਰ ਕੁਝ ਹੀ ਚਿਰ ਪਿੱਛੋਂ ਉਸ ਘਰ ਵਿੱਚ ਇੰਜ ਰਚ ਮਿਚ ਗਈ ਤੇ ਆਪਣੀ ਸੱਸ, ਨਨਾਣਾ ਤੇ ਦਿਓਰਾ ਤੇ ਹੋਰ ਘਰ ਵਾਲਿਆਂ ਨਾਲ ਇੰਜ ਸਾਂਝ ਪਾ ਲਈ ਕਿ ਸਾਰੇ ਜਣੇ ਹੈਰਾਨ ਬਣੇ ਉਸ ਦੀਆਂ ਅੱਖਾਂ ਨੂੰ ਵੇਖਦੇ ਸਨ, ਜਿਨ੍ਹਾਂ ਵਿੱਚ ਅਜਿਹੀ ਰੋਸ਼ਨੀ ਸੀ ਜੋ ਜੋਤ ਭਰੀਆਂ ਅੱਖਾਂ ਵਿੱਚ ਵੀ ਨਹੀਂ ਹੁੰਦੀ। ਤੇ ਰੰਜਨਾ ਨੇ ਪਤੀ ਲਈ ਉਹ ਸਭ ਕੁਝ ਕਰਨ ਦਾ ਯਤਨ ਕੀਤਾ ਜੇ ਕੋਈ ਸੁਚੱਜੀ ਪਤਨੀ ਕਰ ਸਕਦੀ ਹੈ। ਪਤੀ ਸ਼ਾਮ ਵੇਲੇ ਦਫ਼ਤਰੋਂ ਪਰਤਦਾ ਤਾਂ ਉਹ ਬੜੇ ਚਾਅ ਨਾਲ ਉਸ ਨੂੰ ਉਡੀਕ ਰਹੀ ਹੁੰਦੀ। ਫਿਰ ਉਸ ਨਾਲ ਬਹਿ ਕੇ ਚਾਹ ਪੀਂਦੀ, ਉਹ ਆਪ ਉਸ ਲਈ ਚਾਹ ਬਣਾਉਂਦੀ। ਫਿਰ ਸ਼ਾਮ ਦੀ ਸੈਰ ਵੇਲੇ ਉਹ ਉਸ ਦਾ ਸਾਥ ਦਿੰਦੀ। ਸੜਕ 'ਤੇ ਤੁਰਦਿਆਂ ਪਤੀ ਦਾ ਹੱਥ ਉਸਦੇ ਹੱਥ ਵਿੱਚ ਹੁੰਦਾ ਤੇ ਉਹ ਬੜੀ ਸਾਵੀਂ ਤੁਰ ਰਹੀ ਹੁੰਦੀ। ਉਹ ਪਤੀ ਦੀ ਮਨਪਸੰਦ ਕੱਪੜੇ ਪਾਉਂਦੀ। ਬਾਹਰ ਜਾਂਦਿਆਂ ਉਸ ਦੇ ਸੂਟ ਦੇ ਰੰਗ ਨਾਲ ਮੈਚ ਕਰਦੇ ਰੰਗ ਦਾ ਸੂਟ ਪਾਉਂਦੀ। ਪਤੀ ਨੂੰ ਵਾਲੀਆਂ ਬੜੀਆਂ ਸੋਹਣੀਆਂ ਲੱਗਦੀਆਂ ਸਨ। ਉਹ ਬੜੇ ਚਾਅ ਨਾਲ ਵਾਲੀਆਂ ਪਾਉਂਦੀ। ਪਤੀ ਨੂੰ ਰਤਾ ਕੋ ਵਿੰਗਾ ਕੱਢਿਆ ਚੀਰ ਚੰਗਾ ਲੱਗਦਾ ਸੀ। ਉਹ ਰਤਾ ਕੋ ਵਿੰਗਾ ਚੀਰ ਕੱਢਦੀ। ਪਤੀ ਦੀ ਖਾਤਰ ਉਹ ਹਰ ਹਫ਼ਤੇ ਉਸ ਨਾਲ ਸਿਨੇਮਾ ਵੇਖਣ ਜਾਂਦੀ। ਫਿਰ ਉਸ ਦਾ ਪਹਿਲਾ ਬੱਚਾ ਹੋਇਆ। ਕੁਝ ਸਾਲਾਂ ਪਿੱਛੋਂ ਉਸ ਦਾ ਦੂਜਾ ਬੱਚਾ ਹੋਇਆ। ਇਹ ਬੱਚੇ ਜਿਵੇਂ ਉਸ ਦੀਆਂ 2 ਅਲੋਕਾਰ ਅੱਖਾਂ ਸਨ। ਉਹ ਉਹਨਾਂ ਦੇ ਅੰਗ ਅੰਗ ਨੂੰ ਟੋਹਦੀ, ਪਲੋਸਦੀ, ਪਿਆਰਦੀ। ਵੱਡੇ ਪੁੱਤਰ ਦੇ ਨੈਣ ਨਕਸ਼ਾ ਨੂੰ ਟੋਹ ਕੇ ਉਹ ਦੱਸ ਸਕਦੀ ਸੀ ਕਿ ਉਹ ਕਿੰਨਾ ਕੁ ਆਪਣੇ ਪਿਤਾ 'ਤੇ ਗਿਆ ਤੇ ਨਿੱਕੀ ਧੀ ਤਾਂ ਇੰਨ ਬਿੰਨ ਉਸ 'ਤੇ ਗਈ ਸੀ। ਇੰਜ ਬੱਚਿਆਂ ਵਿੱਚ ਰੁੱਝੇ ਰਹਿਣਾ, ਨਿੱਕੀ ਨਿੱਕੀ ਗੱਲ ਵਿੱਚ ਵੀ ਪਤੀ ਦੀ ਖੁਸ਼ੀ ਨੂੰ ਕੁਮਲਾਉਣ ਨਾ ਦੇਣਾ ਤੇ ਹਰ ਘੜੀ ਨੂੰ ਜਿਉਣ ਜੋਗੀ ਬਣਾਈ ਰੱਖਣਾ, ਇਸ ਤੋਂ ਵੱਧ ਸਵਾਦ ਜ਼ਿੰਦਗੀ ਵਿੱਚ ਹੋਰ ਕੀ ਹੋ ਸਕਦਾ ਸੀ। ਇਸੇ ਅਰਸੇ ਵਿੱਚ ਸੁਰਿੰਦਰ ਦਾ ਵਿਆਹ ਹੋ ਗਿਆ ਸੀ। ਉਸ ਦੀ ਵਹੁਟੀ ਦੇ ਸੋਪਣ ਦੀਆਂ ਘਰ ਘਰ ਗੱਲਾਂ ਸਨ। ਉਹ ਪਹਿਲੀ ਨਜ਼ਰ ਵਿੱਚ ਹੀ ਵਹੁਟੀ ਦੀਆਂ ਟੂਣੇ ਹਾਰੀਆਂ ਅੱਖਾਂ ਵਿੱਚ ਗਵਾਚ ਗਿਆ ਸੀ, ਪਰ ਕੁਝ ਹੀ ਚਿਰ ਪਿੱਛੋਂ ਉਹਨਾਂ ਅੱਖਾਂ ਦੀ ਸਿਰਫ ਕਟਾਰ ਵਰਗੀ ਨਜ਼ਰ ਰਹਿ ਗਈ ਸੀ ਤੇ ਕਟਾਰ ਵਰਗੀ ਹੀ ਜ਼ਬਾਨ ਸੀ ਵਹੁਟੀ ਦੀ। ਸੁਰਿੰਦਰ ਨੇ ਕਦੇ ਕਿਹੋ ਜਿਹੇ ਚੰਗੇ ਘਰ ਨੂੰ ਚਿਤਵਿਆ ਸੀ ਤੇ ਹੁਣ ਉਹ ਚੌਕੰਦਾਂ ਦੀ ਇਹ ਕਿਹੋ ਜਿਹੀ ਵਲਗਣ ਸੀ ਕਿ ਉਸ ਵਿੱਚ ਹਰ ਸ਼ੈ ਕੁਸੈਲੀ ਬਣ ਗਈ ਸੀ। ਦਫ਼ਤਰੋਂ ਛੁੱਟੀ ਹੋਣ ਤੇ ਸੁਰਿੰਦਰ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਘਰ ਆਵੇ। ਘਰ ਜਿਸ ਵਿੱਚ ਪਤਨੀ ਦੀ ਖਿੱਚ ਹੁੰਦੀ ਹੈ, ਸੁਖਾਵਾਂ ਅਹਿਸਾਸ ਹੁੰਦਾ ਹੈ। ਉਹ ਘਰ ਆਉਣ ਦੀ ਥਾਂ ਸਮਾਂ ਕੱਟਣ ਲਈ ਸੜਕਾਂ 'ਤੇ ਹੀ ਘੁੰਮਦਾ ਰਹਿੰਦਾ, ਹੋਟਲਾਂ ਵਿੱਚ ਬੈਠਾ ਰਹਿੰਦਾ ਤੇ ਅਖੀਰ ਰਾਤ ਗਏ ਘਰ ਪਰਤਦਾ। ਸੁਰਿੰਦਰ ਦੀ ਇਸ ਵਿਅਹੁਤਾ ਜ਼ਿੰਦਗੀ ਬਾਰੇ ਰੰਜਨਾ ਨੂੰ ਪਤਾ ਲੱਗਦਾ ਰਿਹਾ ਸੀ, ਪਰ ਉਹ ਕੀ ਕਰ ਸਕਦੀ ਸੀ। ਤੇ ਅੱਜ ਸਵੇਰੇ ਉਹ ਸੁਰਿੰਦਰ ਦੇ ਘਰ ਆਈ ਸੀ। ਗੱਲਾਂ ਕਰਦਿਆਂ ਇੱਕ ਵਾਰ ਤਾਂ ਸੁਰਿੰਦਰ ਦੀ ਜ਼ਿੰਦਗੀ ਦਾ ਹਨੇਰਾ ਜਿਵੇਂ ਉਸ ਦੀਆਂ ਆਪਣੀਆਂ ਅੱਖਾਂ ਵਿੱਚ ਉਤਰ ਆਇਆ ਸੀ। ਉਸਨੇ ਸੁਰਿੰਦਰ ਦੀ ਪਤਨੀ ਨਾਲ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਸਨ। ਉਸਨੂੰ ਸੁਰਿੰਦਰ ਦਾ ਬਹੁਤ ਖਿਆਲ ਰੱਖਣ ਲਈ ਕਿਹਾ ਸੀ। ਸੁਰਿੰਦਰ ਤੇ ਉਹਨਾਂ ਸੁਪਨਿਆਂ ਬਾਰੇ ਦੱਸਿਆ ਸੀ ਜੋ ਉਸਨੇ ਕਦੇ ਚੰਗੀ ਜ਼ਿੰਦਗੀ ਬਾਰੇ ਵੇਖੇ ਸਨ। ਅਖੀਰ ਜਦ ਉਹ ਉੱਥੋਂ ਚਲੀ ਗਈ ਤਾਂ ਪਿੱਛੋਂ ਸੁਰਿੰਦਰ ਦੀ ਪਤਨੀ ਜਿਵੇਂ ਉੱਬਲ ਪਈ ਸੀ। ਇਸ ਵਾਰ ਤਾਂ ਮੈਂ ਜਾਣ ਦਿੱਤਾ ਹੀ, ਪਰ ਜੇ ਇਸ ਕੁਲੱਛਣੀ ਨੇ ਮੁੜ ਇਸ ਘਰ ਪੈਰ ਪਾਇਆ ਤਾਂ ਨਖਸਮੀ ਦੇ ਗਿੱਟੇ ਭੰਨ ਦਿਆਂਗੀ, ਅੰਨੇ ਦੀਦੇ ਵਿੰਨ ਕੇ ਰੱਖ ਦਿਆਂਗੀ।
ਬਥੇਰੇ ਚਿਰ ਤੋਂ ਮੈਂ ਚੁੱਪ ਕੀਤੀ ਬੈਠੀ ਹਾਂ। ਸੁਰਿੰਦਰ ਕੁਝ ਨਹੀਂ ਸੀ ਬੋਲ ਸਕਿਆ ਤੇ ਜ਼ਹਿਰ ਦਾ ਘੁੱਟ ਭਰ ਕੇ ਰਹਿ ਗਿਆ ਸੀ।